बहुत ही सत्कारयोग गुरु रूप गुरु सारे खालसा जी। आओ सब तो पहला गुरुदेव पातशाह की बख्शिश मुकद्दस फतेह बुलंद करिए। सत्कार सहित आखना जी वाहिगुरू जी का खालसा वाहिगुरू जी की फतेह। जिस तरह के ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਆ ਰਹੀਆਂ ਅਸੈਂਬਲੀ ਚੋਣਾਂ ਦੇ ਵਾਸਤੇ ਸਾਰੀਆਂ ਧਿਰਾਂ ਦੇ ਵੱਲੋਂ ਕਿਤੇ ਨਾ ਕਿਤੇ ਸਿਆਸੀ ਸਰਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ। ਔਰ ਇਹਨਾਂ ਸਿਆਸੀ ਸਰਗਰਮੀਆਂ ਦੇ ਦੌਰਾਨ ਇੱਕ ਪੱਖ ਜਿਹੜਾ ਵੈਸੇ ਤਾਂ ਪਿਛਲੇ ਲੰਬੇ ਸਮੇਂ ਤੋਂ ਵੇਖਣ ਦੇ ਵਿੱਚ ਆਉਂਦਾ ਹੈ ਕਿ ਜਿੰਨੀਆਂ ਵੀ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਉਹ ਕਿਤੇ ਨਾ ਕਿਤੇ ਜਿਹੜੇ ਡੇਰਾਵਾਦੀ ਲੋਕ ਨੇ ਜਾਂ ਜਿਹੜੇ ਦੇਹਧਾਰੀ ਗੁਰੂਡਮ ਹੈ, ਤੇ ਖਾਸ ਕਰਕੇ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਉਹ ਡੇਰੇ ਜਿਹੜੇ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਪੰਥਕ ਵਿਚਾਰਧਾਰਾ ਦੇ ਵਿਰੋਧ ਦੇ ਵਿੱਚ ਭੁਗਤੇ ਰਹੇ ਨੇ, ਉਹਨਾਂ ਦੇ ਨਾਲ ਕਿਤੇ ਨਾ ਕਿਤੇ ਇਹਨਾਂ ਸਿਆਸੀ ਧਿਰਾਂ ਦੇ ਗੱਠਜੋੜ ਬਣਨੇ ਜਿਹੜੇ ਸਾਹਮਣੇ ਆ ਜਾਂਦੇ ਨੇ। ਇੱਕ ਦੋ ਦਿਨਾਂ ਦੇ ਵਿੱਚ ਤੁਸੀਂ ਮੀਡੀਆ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਖਬਰਾਂ ਨੂੰ ਪੜ੍ਹਿਆ ਵੀ ਹੈ ਕਿ ਕੋਈ 2-3 ਵਿਧਾਇਕ ਜਿਹੜੇ ਨੇ ਉਹ ਜਿਹੜਾ ਝੂਠੇ ਸੌਦੇ ਵਾਲਾ ਗੁਰਮੀਤ ਰਾਮ ਰਹੀਮ ਹੈ ਉਸ ਦੇ ਨਾਮ ਚਰਚਾ ਘਰਾਂ ਦੇ ਵਿੱਚ ਗਏ ਨੇ। ਹੁਣ ਕਿਤੇ ਨਾ ਕਿਤੇ ਇਹ ਸਾਡੇ ਵਾਸਤੇ ਖਾਸ ਕਰਕੇ ਜਿਹੜੇ ਅਸੀਂ ਪੰਜਾਬ ਦੇ ਵਸਨੀਕ ਆ ਉਹਨਾਂ ਦੇ ਵਾਸਤੇ ਇੱਕ ਅਹਿਮ ਚਿੰਤਨ ਦਾ ਵਿਸ਼ਾ ਹੈ ਕਿ ਜਿਸ ਵੇਲੇ ਇਹ ਝੂਠੇ ਸੌਦੇ ਵਾਲਾ ਸਾਧ ਜਿਹੜਾ ਗੁਰਮੀਤ ਰਾਮ ਰਹੀਮ, ਜਦੋਂ ਹੁਣ ਉਸ ਨੂੰ ਸਜ਼ਾ ਹੋ ਚੁੱਕੀ ਹੈ, ਉਹ ਜੇਲ੍ਹ ਦੇ ਵਿੱਚ ਹੈ, ਤੇ ਜਿਹੜੇ ਉਹਦੇ ਸਮਰਥਕ ਨੇ ਉਹਨਾਂ ਦੇ ਵੱਲੋਂ ਜਿਹੜੀਆਂ ਇਹ ਨਾਮ ਚਰਚਾਵਾਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਸਿਆਸੀ ਵਿਧਾਇਕਾਂ ਦਾ ਜਾਣਾ ਕੀ ਅਰਥ ਰੱਖਦਾ ਹੈ। ਸਭ ਤੋਂ ਵੱਡੀ ਗੱਲ ਤੇ ਅਹਿਮ ਹੈ ਕਿ ਜਿਹੜੀ ਉਹਨਾਂ ਦੇ ਸਮਰਥਕਾਂ ਦੀ ਨੀਤੀ ਹੈ ਉਸ ਨੂੰ ਸਮਝਣਾ ਪਵੇਗਾ ਕਿ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਆਪਣੀ ਇੱਕ ਲੋਕ ਸ਼ਕਤੀ ਦਾ ਵਿਖਾਵਾ ਤੇ ਪ੍ਰਗਟਾਵਾ ਕਰਨਾ ਚਾਹੁੰਦੇ ਨੇ ਕਿ ਸਾਡੇ ਕੋਲ ਇੱਕ ਬਹੁਤ ਵੱਡਾ ਵੋਟ ਬੈਂਕ ਹੈ। ਔਰ ਜੇਕਰ ਤੁਸੀਂ ਪਿਛਲੇ ਸਮੇਂ ਦੇ ਵਿੱਚ ਇਸ ਵਿਸ਼ੇ ਦੇ ਉੱਪਰ ਆਉਣ ਤੋਂ ਪਹਿਲਾਂ ਜੇਕਰ ਪਿਛਲੇ ਸਮੇਂ ਦੇ ਵਿੱਚ ਜਿੰਨੇ ਵੀ ਜੇਕਰ ਮੈਂ ਪੰਜਾਬ ਦੇ ਛੱਡ ਦੇਵਾਂ ਤਾਂ ਜਿੰਨੇ ਇੱਕ ਭਾਰਤ ਦੇਸ਼ ਦੇ ਵਿੱਚ ਇਸ ਤਰ੍ਹਾਂ ਦੇ ਡੇਰੇਦਾਰ ਜਾਂ ਫਿਰ ਪਖੰਡੀ ਸਾਧ ਨੇ ਉਹਨਾਂ ਦੇ ਰਾਜਨੀਤਿਕ ਤੰਤਰ ਦੇ ਨਾਲ ਜਿਹੜੇ ਸੰਬੰਧ ਨੇ ਉਹ ਹਮੇਸ਼ਾ ਹੀ ਬੜੇ ਪੀੜੇ ਤੇ ਬੜੇ ਗੂੜੇ ਹੁੰਦੇ ਨੇ। ਉਹਦਾ ਇੱਕ ਕਾਰਨ ਹੈ ਕਿ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਲੋਕਾਂ ਦੀ ਲੋੜ ਹੁੰਦੀ ਹੈ, ਤੇ ਜਦੋਂ ਇੱਕ ਕਿਸੇ ਵੀ ਡੇਰੇਦਾਰ ਦੇ ਕੋਲ ਲੋਕਾਂ ਦੀ ਗਿਣਤੀ ਦਾ ਪ੍ਰਗਟਾ ਤੇ ਵਿਖਾਵਾ ਹੁੰਦਾ ਹੈ ਤੇ ਰਾਜਨੇਤਾ ਇਹ ਸਮਝਦਾ ਹੈ ਕਿ ਜੇਕਰ ਘਰ ਘਰ ਫਿਰਨ ਦੇ ਨਾਲੋਂ ਇੱਕ ਖਿੱਤੇ ਦੇ ਵਿੱਚ ਆਪਣਾ ਅਧਿਕਾਰ ਜਮਾਈ ਬੈਠੇ ਕਿਸੇ ਡੇਰੇਦਾਰ ਦੇ ਕੋਲ ਮੈਂ ਚਲਿਆ ਜਾਵਾਂ ਤਾਂ ਉਸ ਡੇਰੇਦਾਰ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹ ਮੇਰਾ ਪਰਮਾਨੈਂਟ ਵੋਟ ਬੈਂਕ ਬਣ ਜਾਣਗੇ। ਜਦੋਂ ਇਸ ਤਰ੍ਹਾਂ ਦੇ ਨਾਲ ਰਾਜਨੇਤਾ ਉਹਨਾਂ ਡੇਰਿਆਂ ਦੇ ਵਿੱਚ ਜਾਂਦੇ ਨੇ ਤੇ ਇਹਨਾਂ ਡੇਰੇਦਾਰਾਂ ਤੇ ਰਾਜਨੇਤਾਵਾਂ ਦੇ ਜਦੋਂ ਸੰਬੰਧ ਪੈਦਾ ਹੁੰਦੇ ਨੇ ਤਾਂ ਕੁਦਰਤਨ ਜਿਹੜੇ ਆਰਥਿਕ ਤੌਰ ਤੇ ਧਨਾੜ ਲੋਕ ਹੁੰਦੇ ਨੇ ਜਿਨ੍ਹਾਂ ਨੇ ਰਾਜਨੀਤਿਕ ਵਿਅਕਤੀਆਂ ਤੋਂ ਖਾਸ ਕਰਕੇ ਇੰਡਸਟਰੀਅਲਿਸਟ ਹੋ ਜਾਣ, ਸਨਅਤਕਾਰ ਜਾਂ ਵੱਡੇ ਜਿਹੜੇ ਵਪਾਰੀ ਵਰਗ ਹੈ, ਜਿਨ੍ਹਾਂ ਨੇ ਸਿਆਸੀ ਲੋਕਾਂ ਦੇ ਕੋਲੋਂ ਆਪਣੇ ਕੰਮ ਲੈਣੇ ਹੁੰਦੇ ਨੇ, ਉਹ ਵੀ ਫਿਰ ਕਿਤੇ ਨਾ ਕਿਤੇ ਉਹਨਾਂ ਡੇਰੇਦਾਰਾਂ ਦੇ ਨਾਲ ਸੰਬੰਧ ਬਣਾਉਂਦੇ ਨੇ ਕਿਉਂਕਿ ਰਾਜਨੇਤਾ ਉਸ ਡੇਰੇ ਦੇ ਨਾਲ ਜੁੜਿਆ ਹੁੰਦਾ ਹੈ। ਜਦੋਂ ਧਨਾੜ ਲੋਕਾਂ ਦੇ ਸੰਬੰਧ ਬਣਦੇ ਨੇ ਤਾਂ ਫਿਰ ਕਿਤੇ ਨਾ ਕਿਤੇ ਪੜ੍ਹਿਆ ਲਿਖਿਆ ਵਰਗ ਜਿਸ ਦੀਆਂ ਆਪਣੀਆਂ ਜ਼ਰੂਰਤਾਂ ਆਪਣੀਆਂ ਲੋੜਾਂ ਨੇ, ਜਦੋਂ ਉਹ ਵੇਖਦਾ ਹੈ ਕਿ ਰਾਜਨੇਤਾ ਤੇ ਵੱਡੇ ਵੱਡੇ ਵਪਾਰਕ ਲੋਕ ਜਿਹੜੇ ਨੇ ਜਾਂ ਧਨਾੜ ਲੋਕ ਜਿਹੜੇ ਨੇ ਜਦੋਂ ਉਹ ਡੇਰੇ ਦੇ ਵਿੱਚ ਸ਼ਮੂਲੀਅਤ ਕਰਦੇ ਨੇ ਤੇ ਪੜ੍ਹਿਆ ਲਿਖਿਆ ਵਰਗ ਜਿਹੜਾ ਉਹ ਬੇਸ਼ੱਕ ਹੋ ਸਕਦਾ ਡੇਰੇ ਦਾ ਉਪਾਸ਼ਕ ਨਹੀਂ ਹੁੰਦਾ, ਪਰ ਬਹੁਤ ਸਾਰੇ ਐਸੇ ਕੇਸ ਵੀ ਹੁੰਦੇ ਨੇ ਜਦੋਂ ਇਹ ਪੜ੍ਹੇ ਲਿਖੇ ਵੀ ਇਹਨਾਂ ਡੇਰੇਦਾਰਾਂ ਤੋਂ ਪ੍ਰਭਾਵਿਤ ਹੋਏ ਹੁੰਦੇ ਨੇ, ਇਹ ਲੋਕ ਜਾਂਦੇ ਨੇ। ਤੇ ਜਦੋਂ ਇਹ ਲੋਕ ਜਾਂਦੇ ਨੇ, ਮਿਸਾਲ ਦੇ ਤੌਰ ਤੇ ਇੱਕ ਡਾਕਟਰ, ਇੱਕ ਵਕੀਲ, ਇੱਕ ਇੰਜੀਨੀਅਰ, ਜਦੋਂ ਉਹ ਕਿਤੇ ਨਾ ਕਿਤੇ ਵਹਿਮਾਂ ਭਰਮਾਂ ਦੇ ਵਿੱਚ ਗ੍ਰਸਤ ਹੋਵੇ ਤਾਂ ਆਮ ਲੋਕੀ ਜਿਹੜੇ ਆ ਉਹਨਾਂ ਨੂੰ ਬਚਾਉਣਾ ਤਾਂ ਬਹੁਤ ਔਖਾ। ਸੋ ਜਦੋਂ ਇਸ ਪੱਧਰ ਦੇ ਲੋਕ ਇਹਨਾਂ ਡੇਰਿਆਂ ਦੇ ਵਿੱਚ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਹਨਾਂ ਨੂੰ ਵੇਖ ਕੇ ਆਮ ਲੋਕ ਵੀ ਉੱਥੇ ਜਾਂਦੇ ਨੇ ਤੇ ਗਿਣਤੀ ਵੱਧ ਜਾਂਦੀ ਹੈ। ਸੋ ਕਹਿਣ ਤੋਂ ਭਾਵ ਕਿ ਲੋਕ ਜਿਸ ਨੂੰ ਅਸੀਂ ਵੋਟ ਕਹਿ ਸਕਦੇ ਹਾਂ, ਡੇਰੇਦਾਰ, ਰਾਜਨੇਤਾ, ਵਪਾਰਕ ਘਰਾਣੇ, ਪੜ੍ਹਿਆ ਲਿਖਿਆ ਵਰਗ ਤੇ ਆਮ ਲੋਕ, ਇਹ ਇੱਕ ਇਵੇਂ ਦਾ ਤੰਤਰ ਬਣ ਜਾਂਦਾ ਹੈ। ਔਰ ਇਸੇ ਦੇ ਵਿੱਚ ਹੀ ਜਿਹੜੇ ਇਹ ਡੇਰੇਦਾਰ ਨੇ ਇਹਨਾਂ ਦੀ ਸ਼ਕਤੀ ਹੁੰਦੀ ਹੈ। ਹੁਣ ਜਿਸ ਵੇਲੇ ਰਾਮ ਰਹੀਮ ਨੂੰ ਸਜ਼ਾ ਹੋ ਚੁੱਕੀ ਹੈ ਤੇ ਉਹਦੇ ਸਮਰਥਕਾਂ ਦੀ ਨੀਤੀ ਵੀ ਇਹੀ ਹੈ ਕਿ ਵੱਧ ਤੋਂ ਵੱਧ ਲੋਕ ਸ਼ਕਤੀ ਤੇ ਵੋਟ ਬੈਂਕ ਦਾ ਪ੍ਰਗਟਾਵਾ ਜਿਹੜਾ ਉਹ ਕੀਤਾ ਜਾਵੇ ਤਾਂ ਜੋ ਜਿਹੜੀ ਰਾਜਸੀ ਸ਼ਕਤੀ ਹੈ ਉਸ ਨੂੰ ਆਪਣੇ ਹੱਥਾਂ ਦੇ ਵਿੱਚ ਰੱਖਿਆ ਜਾਵੇ, ਜਾਂ ਫਿਰ ਜਿਹੜੀ ਕਾਬਜ ਹੋ ਰਹੀ ਹੋਵੇ ਸੱਤਾ ਦੇ ਉੱਪਰ, ਜਿਹੜੀ ਕਾਬਜ ਹੋਣ ਵਾਲੀ ਜਾਂ
ਕਾਬਜ ਹੋਣ ਦੀ ਦੌੜ ਦੇ ਵਿੱਚ ਸ਼ਾਮਲ ਜਿਹੜੀ ਧਿਰ ਹੈ, ਜੇਕਰ ਉਹ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਕਿਤੇ ਨਾ ਕਿਤੇ ਸੱਤਾ ਦਾ ਪ੍ਰਭਾਵ ਵਰਤ ਕੇ ਉਹਦੇ ਪ੍ਰਤੀ ਕੁਛ ਜਿਹੜੀ ਢਿੱਲ ਜਾਂ ਜਿਹੜੀ ਨਰਮਾਈ ਹੈ ਉਹਦੇ ਦਰਵਾਜ਼ੇ ਜਿਹੜੇ ਨੇ ਉਹ ਖੋਲੇ ਜਾ ਸਕਦੇ ਨੇ। ਔਰ ਇਹੀ ਕਾਰਨ ਹੁੰਦਾ ਕਿ ਜਿਹੜੇ ਇਹਨਾਂ ਡੇਰੇਦਾਰਾਂ ਦੇ ਵੱਲੋਂ ਜਿਹੜੀਆਂ ਸਮਾਜ ਸੇਵਾਵਾਂ ਵੀ ਕੀਤੀਆਂ ਜਾਂਦੀਆਂ ਨੇ, ਚਾਹੇ ਉਹ ਖੂਨਦਾਨ ਕੈਂਪ ਦੇ ਇਸੇ ਸਾਥ ਦੇ ਵੱਲੋਂ ਰਿਕਾਰਡ ਬਣਾਏ ਗਏ, ਬੂਟੇ ਲਾਏ ਗਏ, ਜਾਂ ਹੋਰ ਕਈ ਤਰ੍ਹਾਂ ਦੀਆਂ ਕਈ ਜਿਹੜੀਆਂ ਤੁਹਾਨੂੰ ਸਮਾਜ ਸੇਵਾਵਾਂ ਵੇਖਣ ਦੇ ਵਿੱਚ ਇੰਝ ਲੱਗਦਾ ਹੈ ਕਿ ਸਮਾਜ ਦਾ ਬਹੁਤ ਵੱਡਾ ਇੱਕ ਭਲਾ ਹੋ ਰਿਹਾ ਹੁੰਦਾ, ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਰਾਜਸੀ ਸ਼ਕਤੀ ਨੂੰ ਪ੍ਰਭਾਵਿਤ ਕੀਤਾ ਜਾਂਦਾ ਹੈ ਆਪਣੀ ਤਾਕਤ ਨੂੰ ਵਿਖਾ ਕੇ ਕਿ ਸਾਡੇ ਡੇਰੇ ਦੇ ਕੋਲ ਇੰਨਾ ਵੱਡਾ ਵੋਟ ਬੈਂਕ ਹੈ। ਔਰ ਉਸੇ ਰਾਜਨੀਤਿਕ ਸ਼ਕਤੀ ਦੀ ਆੜ ਦੇ ਵਿੱਚ ਜਾਂ ਫਿਰ ਉਹਦੇ ਹੀ ਪਰਦੇ ਪਿੱਛੇ ਬੇਸ਼ੱਕ ਉਹ ਡੇਰੇ ਦੇ ਮੈਨੇਜਰ ਦਾ ਕਤਲ ਹੋਵੇ, ਅਖਬਾਰ ਦੇ ਸੰਪਾਦਕ ਦਾ ਕਤਲ ਹੋਵੇ, ਡੇਰਿਆਂ ਦੇ ਵਿੱਚ ਸਾਧੂਆਂ ਨੂੰ ਨਪੁੰਸਕ ਬਣਾਇਆ ਜਾਂਦਾ ਹੋਵੇ, ਡੇਰੇ ਦੇ ਵਿੱਚ ਬਲਾਤਕਾਰ ਕੀਤੇ ਜਾਂਦੇ ਹੋਣ, ਜਾਂ ਫਿਰ ਬਿਲਕੁਲ ਮਿਲਟਰੀ ਦੀ ਤਰਜ਼ ਦੇ ਉੱਪਰ ਸਿਖਲਾਈ ਦੇ ਕੇ ਹਥਿਆਰਾਂ ਦੀ ਆਪਣੀ ਨਿੱਜੀ ਸੈਨਾ ਤਿਆਰ ਕੀਤੀ ਜਾਵੇ, ਇਹ ਸਭ ਕੁਝ ਜਿਹੜਾ ਪੁਲਿਸ ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਵੇਖਦਾ ਹੈ। ਕਿਉਂ? ਉਹਦਾ ਕਾਰਨ ਇਹ ਹੈ ਕਿ ਰਾਜਨੀਤਿਕ ਲੋਕਾਂ ਦੇ ਹੱਥਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਤੇ ਕਾਨੂੰਨ ਇੱਕ ਤਰ੍ਹਾਂ ਦੀ ਕਠਪੁਤਲੀ ਬਣਦੇ ਜਾ ਰਹੇ ਨੇ, ਤੇ ਇਹਨਾਂ ਡੇਰੇਦਾਰਾਂ ਦੇ ਵੱਡੇ ਰਾਜਨੀਤਿਕ ਲੋਕਾਂ ਦੇ ਨਾਲ ਜਿਹੜੇ ਸਬੰਧ ਹੁੰਦੇ ਨੇ, ਉਹਨਾਂ ਦੀ ਆੜ ਦੇ ਵਿੱਚ ਇਹਨਾਂ ਦੇ ਕੀਤੇ ਜਿਹੜੇ ਕੁਕਰਮ ਨੇ ਉਹਨਾਂ ਤੇ ਵੀ ਪਰਦਾ ਪਿਆ ਰਹਿੰਦਾ ਹੈ, ਤੇ ਰਾਜਨੀਤਿਕ ਲੋਕਾਂ ਨੂੰ ਕੇਵਲ ਤੇ ਕੇਵਲ ਆਪਣੇ ਵੋਟ ਬੈਂਕ ਦੀ ਲੋੜ ਹੁੰਦੀ ਹੈ। ਹੁਣ ਜੇਕਰ ਅਸੀਂ ਪੰਜਾਬ ਦੇ ਵਿੱਚ ਜੇ ਜ਼ਿਆਦਾ ਪਿੱਛੇ ਨਾ ਜਾਈਏ, ਕੁਝ ਦਹਾਕੇ 1978 ਤੋਂ ਲੈ ਕੇ ਜੇਕਰ ਨਰਕਧਾਰੀ ਕਾਂਡ ਤੋਂ ਲੈ ਕੇ ਹੁਣ ਤੱਕ ਵੇਖੀਏ, ਤੇ ਪੰਜਾਬ ਦੇ ਵਿੱਚ ਜਿੰਨਾ ਵੀ ਦੇਹਧਾਰੀ ਗੁਰੂ ਡੰਮ ਦਾ ਪਸਾਰਾ ਹੁੰਦਾ ਹੈ, ਕਿਤੇ ਨਾ ਕਿਤੇ ਉਹਦੀ ਜਿਹੜੀ ਵੰਗਾਰ ਹੈ ਉਹ ਪੰਥ ਨੂੰ ਹੁੰਦੀ ਹੈ। ਹਮੇਸ਼ਾ ਸਿੱਖ ਵਿਚਾਰਧਾਰਾ ਨੂੰ ਹੀ ਵੰਗਾਰਿਆ ਜਾਂਦਾ ਹੈ। ਬੇਅਦਬੀ ਬੇਸ਼ੱਕ ਉਦੋਂ ਵੀ ਹੋਈ, ਉਸ ਤੋਂ ਬਾਅਦ ਪਿਆਰਾ ਸਿੰਘ ਭਨਿਆਰੇ ਵਾਲੇ ਨੇ ਬੇਅਦਬੀ ਕੀਤੀ, ਪਰ ਸਭ ਤੋਂ ਵੱਧ ਜਦੋਂ ਸਰਸਾ ਸਾਧ, ਜਿਸ ਦੀਆਂ ਕਿ ਬੇਅਦਬੀ ਦੇ ਵਿੱਚ ਸ਼ਮੂਲੀਅਤ ਦੇ ਬਾਰੇ ਬਹੁਤ ਸਾਰੀਆਂ ਜਾਂਚ ਰਿਪੋਰਟਾਂ ਹੁਣ ਨਸ਼ਰ ਹੋ ਚੁੱਕੀਆਂ ਨੇ, ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਇਹਦੇ ਪਿੱਛੇ ਕਿਹੜੀ ਧਿਰ ਹੈ। ਹੁਣ ਇਹ ਸਪਸ਼ਟ ਹੈ ਕਿ ਸੌਦਾ ਸਾਧ ਦੇ ਜਿਹੜੇ ਖਾਸ ਕਰਕੇ ਉਹਦੇ ਜਿਹੜੇ ਉਪਾਸ਼ਕ ਸੀ ਜਾਂ ਜਿਹੜੇ ਉਹਦੇ ਪ੍ਰੇਮੀ ਸੀ, ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਵਿੱਚ ਸ਼ਾਮਲ ਹਨ। ਪਰ ਇਹ ਪਹਿਲੀ ਵਾਰ ਸੀ ਕਿ ਇੱਕ ਕੌਮ ਨੂੰ ਵੰਗਾਰਿਆ ਜਾਂਦਾ ਹੈ, ਵੰਗਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੈ ਉਹ ਬੇਅਦਬੀ ਕੀਤੀ ਜਾਂਦੀ ਹੈ। ਔਰ ਇਹਦੇ ਵਿੱਚ ਜਿਹੜੀ ਨਾਕਾਮੀ ਰਹੀ ਉਹ ਖੇਤਰੀ ਤੌਰ ਤੇ ਜਿਹੜੀ ਉਸ ਵੇਲੇ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਕਾਬਜ਼ ਸੀ, ਪੰਜਾਬ ਦੀ ਪੰਥਕ ਧਿਰ ਸ਼੍ਰੋਮਣੀ ਅਕਾਲੀ ਦਲ, ਉਹਨਾਂ ਨੇ ਇਵੇਂ ਦੀ ਅਣਗਹਿਲੀ ਕੀਤੀ ਕਿ ਅੱਜ ਉਹ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਹਾਸ਼ੀਏ ਦੇ ਉੱਪਰ ਨੇ। ਮੈਨੂੰ ਕਈ ਵਾਰੀ ਇਸ ਘਟਨਾ ਦੇ ਉੱਪਰ ਇੱਕ ਭਾਈ ਸਾਹਿਬ ਭਾਈ ਗੁਰਦਾਸ ਦਾ ਪ੍ਰਮਾਣ ਯਾਦ ਆਉਂਦਾ ਹੈ, ਵਿਗੜੇ ਚਾਟਾ ਦੁੱਧ ਦਾ, ਕਾਂਜੀ ਦੀ ਚੁੱਖੇ, ਸਹਿਸ ਮਣਾ ਰੂਈ ਚੱਲੇ, ਚਿੰਗਾਰੀ ਦੁੱਖੇ। ਕਿ ਦਹੀਂ ਦੇ ਬੜੇ ਵੱਡੇ ਭਾਂਡੇ ਨੂੰ ਜਦੋਂ ਦਹੀਂ ਦੇ ਰੂਪ ਚ ਜਮਾਇਆ ਜਾਂਦਾ ਤੇ ਦੁੱਧ ਨੂੰ ਥੋੜੀ ਜਿਹੀ ਖਟਿਆਈ ਜਿਹੜੀ ਆ ਉਹ ਲਾਈ ਜਾਂਦੀ ਹੈ, ਤੇ ਉਹੀ ਜਿਹੜੀ ਆ ਉਹ ਸਾਰੇ ਦੁੱਧ ਨੂੰ ਦਹੀਂ ਦੇ ਵਿੱਚ ਬਦਲ ਦਿੰਦੀ ਹੈ। ਇਸੇ ਤਰ੍ਹਾਂ ਰੂੰ ਦੇ ਢੇਰ ਨੂੰ ਅੱਗ ਲਾਉਣ ਦੇ ਵਾਸਤੇ ਉਨੀ ਵੱਡੇ ਆਕਾਰ ਦੀ ਅੱਗ ਦੀ ਲੋੜ ਨਹੀਂ ਹੁੰਦੀ, ਇੱਕ ਛੋਟੀ ਜਿਹੀ ਜਿਹੜੀ ਚਿੰਗਾਰੀ ਹੈ ਉਹ ਵੀ ਰੂੰ ਦੇ ਢੇਰ ਨੂੰ ਸਵਾਹ ਦੇ ਵਿੱਚ ਬਦਲ ਦਿੰਦੀ ਹੈ। ਵਿਗੜੇ ਚਾਟਾ ਦੁੱਧ ਦਾ, ਕਾਂਜੀ ਦੀ ਚੁੱਖੇ, ਸਹਿਸ ਮਣਾ ਰੂਈ ਚੱਲੇ, ਚਿੰਗਾਰੀ ਦੁੱਖੇ। ਇੱਥੇ ਹੀ ਪੰਜਾਬ ਦੀ ਸੱਤਾ ਦੇ ਉੱਪਰ ਕਾਬਜ਼ ਰਾਜਨੀਤਿਕ ਜਿਹੜੀ ਆਪਣੇ ਆਪ ਨੂੰ ਪੰਥਕ ਤੇ ਰਖਵਾਉਂਦੀ ਸੀ, ਉਸ ਨੇ ਗਲਤੀ ਤੇ ਗਲਤੀ ਕੀਤੀ ਤੇ ਫਿਰ ਗਲਤੀ ਦੇ ਨਾਲ ਗਲਤੀ ਨੂੰ ਕੱਜਣ ਦੀ ਕੋਸ਼ਿਸ਼ ਕੀਤੀ। ਹੁਣ ਜੇਕਰ ਇਸ ਸਾਰੇ ਵਰਤਾਰੇ ਦਾ ਪਿਛੋਕੜ ਥੋੜਾ ਜਿਹਾ ਯਤਨ ਕਰੀਏ, ਜਿਹੜੇ ਵੀਰਾਂ ਨੇ ਇਹ ਸਭ ਕੁਝ ਨੂੰ ਬਹੁਤ ਨੇੜੇ ਤੋਂ ਵੇਖਿਆ, ਉਹਨਾਂ ਦੇ ਮੁਤਾਬਕ ਕਿ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਜੂਨ ਦੇ ਪਹਿਲੇ ਹਫਤੇ ਤਕਰੀਬਨ 1 ਜੂਨ 2015 ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ ਉਹਨਾਂ ਦਾ ਜਿਹੜਾ ਸਰੂਪ ਹੈ ਉਸ ਨੂੰ ਲਾਪਤਾ ਕਰ ਦਿੱਤਾ ਜਾਂਦਾ ਹੈ। ਇਲਾਕੇ ਦੇ ਲੋਕਾਂ ਵੱਲੋਂ ਜਿਹੜੀ FIR ਦਰਜ ਕਰਾਈ ਜਾਂਦੀ ਹੈ ਉਹਦੇ ਵਿੱਚ ਬਕਾਇਦਾ 22 ਨੇਮ ਉੱਥੋਂ ਦੇ ਇੱਕ ਸੌਦਾ ਸਾਧ ਦੇ ਪ੍ਰੇਮੀ ਗੁਰਦੇਵ ਦਾ ਨਾਮ ਉਸ FIR ਦੇ ਵਿੱਚ ਆਉਂਦਾ ਹੈ, ਜਿਸ ਦੀ ਕਿ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੁਕਾਨ ਸੀ। ਉਸ ਦੀ ਦੁਕਾਨ ਦੇ ਉੱਪਰ ਬੈਠ ਕੇ ਹੀ ਇਹ ਸਾਰੀ ਸਾਜ਼ਿਸ਼ ਜਿਹੜੀ ਹੈ ਉਹ ਤਿਆਰ ਹੁੰਦੀ ਹੈ।
ਔਰ ਉੱਥੋਂ ਦੇ ਜਿਹੜੇ ਪ੍ਰਤੱਖਦਰਸ਼ੀ ਵੀਰ ਨੇ ਉਹਨਾਂ ਦੇ ਮੁਤਾਬਕ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੂੰ ਤਾਂ ਕਰੀਬ 4 ਵਜੇ ਪਤਾ ਲੱਗਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਉਸ ਜਗ੍ਹਾ ਦੇ ਉੱਪਰੋਂ ਲਾਪਤਾ ਕੀਤਾ ਜਾ ਚੁੱਕਾ ਹੈ। ਪਰ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਦੁਕਾਨ ਤੇ ਬੈਠਾ ਪ੍ਰੇਮੀ ਸੀ, ਇਸ ਨੂੰ 1:30 ਵਜੇ ਸਾਰਾ ਇਸ ਘਟਨਾਕ੍ਰਮ ਦਾ ਪਤਾ ਸੀ। ਸੋ ਜੇਕਰ ਉਸ ਦੀ ਤਫਤੀਸ਼ ਕੀਤੀ ਜਾਂਦੀ ਤਾਂ ਇਸ ਸਾਰੇ ਹੀ ਘਟਨਾਕ੍ਰਮ ਦੇ ਪਿੱਛੇ ਜਿਹੜਾ ਸਾਜ਼ਿਸ਼ੀ ਤੰਤਰ ਹੈ ਉਸ ਨੂੰ ਬਹੁਤ ਜਲਦੀ ਖੋਲਿਆ ਜਾ ਸਕਦਾ ਸੀ। ਪਰ ਇੱਥੇ ਪ੍ਰਸ਼ਾਸਨ ਦੀ ਤੇ ਪੁਲਿਸ ਦੀ ਅਣਗਹਿਲੀ ਇਸ ਕਰਕੇ ਸੀ ਕਿ ਪੰਜਾਬ ਦੀ ਰਾਜਨੀਤਿਕ ਸੱਤਾ ਦੇ ਉੱਪਰ ਜਿਹੜੀ ਕਾਬਜ਼ ਵੱਡੀ ਧਿਰ ਹੈ ਉਹ ਉਸ ਡੇਰੇ ਦੇ ਨਾਲ ਆਪਣੇ ਸੰਬੰਧਾਂ ਨੂੰ ਨਹੀਂ ਸੀ ਵਿਗਾੜਨਾ ਚਾਹੁੰਦੀ, ਵੋਟ ਬੈਂਕ ਦੇ ਕਰਕੇ। ਵੈਸੇ ਤਾਂ ਜੇਕਰ ਪਿਛਲੇ ਸਮੇਂ ਦੇ ਵਿੱਚ ਅਸੀਂ ਜਿੰਨੇ ਵੀ ਪੰਜਾਬ ਦੇ ਵਿੱਚ ਡੇਰੇ ਨੇ, ਚਾਹੇ ਉਹ ਪਿਆਰਾ ਸਿੰਘ ਭਨਿਆਰੇ ਵਾਲੇ ਦੀ ਗੱਲ ਹੋਵੇ, ਆਸ਼ੂਤੋਸ਼ ਦੀ ਗੱਲ ਹੋਵੇ, ਨਰਕਧਾਰੀਆਂ ਦੀ ਗੱਲ ਹੋਵੇ, ਜਾਂ ਫਿਰ ਰਾਧਾ ਸਵਾਮੀਆਂ ਦੇ ਡੇਰੇ ਹੋਣ, ਜਾਂ ਫਿਰ ਇਹਦੇ ਤੋਂ ਇਲਾਵਾ ਹੁਣ ਇਹ ਸੱਚਾ ਜਿਹੜਾ ਹੈਗਾ ਸੱਚਾ ਸੌਦਾ ਆਪਣੇ ਆਪ ਨੂੰ ਅਖੌਤੀ ਸਾਧ ਦਿਖਾਉਂਦਾ ਇਹਦਾ ਡੇਰਾ ਹੋਵੇ, ਪੰਜਾਬ ਦੀ ਕਿਹੜੀ ਰਾਜਨੀਤਿਕ ਧਿਰ ਹੈ ਜਿਸ ਦਾ ਕੋਈ ਰਾਜਨੀਤੀ ਇਹਨਾਂ ਡੇਰਿਆਂ ਦੇ ਵਿੱਚ ਹਾਜ਼ਰੀ ਨਹੀਂ ਭਰ ਕੇ ਆਇਆ? ਉਹਦਾ ਕਾਰਨ ਕੀ ਹੈ ਕਿ ਜਿਹੜਾ ਮੈਂ ਆਰੰਭ ਦੇ ਵਿੱਚ ਦੱਸਿਆ ਕਿ ਇਹਨਾਂ ਡੇਰਿਆਂ ਦੇ ਵੱਲੋਂ ਜਿਹੜਾ ਇੱਕ ਜਗ੍ਹਾ ਦੇ ਉੱਪਰ, ਜਿਹਨੂੰ ਅਸੀਂ ਵੋਟ ਕਲਸਟਰ ਕਹਿ ਦਿੰਦੇ ਹਾਂ, ਕਿ ਇੱਕ ਜਗ੍ਹਾ ਦੇ ਉੱਪਰ ਕੁਝ ਖਾਸ ਲੋਕਾਂ ਦਾ ਵੋਟ ਬੈਂਕ ਜਿਹੜਾ ਉਹ ਇਹਨਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਜਾਂਦਾ ਹੈ। ਸੋ ਇਸ ਤੋਂ ਥੋੜਾ ਅੱਗੇ ਆ ਜਾਈਏ ਕਿ ਜੂਨ ਦੇ ਵਿੱਚ ਇਹ ਘਟਨਾਕ੍ਰਮ ਹੋ ਜਾਂਦਾ ਹੈ ਤੇ 26 ਸਤੰਬਰ ਨੂੰ ਇਸ ਸੌਦਾ ਸਾਧ ਨੇ ਆਪਣੀ ਫਿਲਮ ਰਿਲੀਜ਼ ਕਰਨੀ ਸੀ। ਸਿੱਖਾਂ ਦੇ ਵਿੱਚ ਬੜਾ ਰੋਹ ਸੀ ਤੇ 25 ਸਤੰਬਰ ਨੂੰ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ ਦੇ ਦਿੱਤੀ ਗਈ। ਉਸ ਮਾਫੀ ਦੇ ਵਿਰੋਧ ਦੇ ਵਿੱਚ ਸਿੱਖਾਂ ਦੇ ਵਿੱਚ ਇੰਨਾ ਜ਼ਿਆਦਾ ਰੋਸ ਜਾਪਿਆ, ਇੰਨਾ ਜ਼ਿਆਦਾ ਕਹਿ ਸਕਦੇ ਹੋ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ, ਔਰ ਜਿਸ ਚੀਜ਼ ਦੀ ਆਸ ਵੀ ਨਹੀਂ ਸੀ ਕਿ ਜਿਸ ਨੇ ਕਦੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਕਲ ਕਰਨ ਦਾ ਯਤਨ ਕੀਤਾ ਹੋਵੇ, ਜਿਹਦੇ ਚੇਲਿਆਂ ਨੇ ਜਗ੍ਹਾ ਜਗ੍ਹਾ ਦੇ ਉੱਪਰ ਸਿੱਖਾਂ ਨੂੰ ਵੰਗਾਰਿਆ ਹੋਵੇ, ਜਿਨ੍ਹਾਂ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਦੋਸ਼ ਜਿਹੜਾ ਉਹ ਆਇਤ ਹੁੰਦਾ ਹੋਵੇ, ਔਰ ਉਹਦੇ ਬਾਵਜੂਦ ਬਿਨਾਂ ਉਸ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਪੇਸ਼ ਕੀਤੇ ਉਸ ਨੂੰ ਮਾਫੀ ਦੇ ਦਿੱਤੀ ਜਾਵੇ। ਸੋ ਸਾਰੀਆਂ ਹੀ ਪੰਥਕ ਧਿਰਾਂ ਦੇ ਵਿੱਚ, ਕਿਸੇ ਇੱਕ ਧਿਰ ਦੀ ਗੱਲ ਨਹੀਂ ਮੈਂ ਕਰਦਾ, ਸਮੁੱਚੀਆਂ ਜਿੰਨੀਆਂ ਵੀ ਪੰਥਕ ਧਿਰਾਂ ਨੇ ਉਹਨਾਂ ਦੇ ਵਿੱਚ ਰੋਹ ਦਾ ਤੇ ਰੋਸ ਦਾ ਸਿਖਰ ਸੀ ਉਸ ਵੇਲੇ। ਔਰ ਉਸੇ ਰਾਤ ਹੀ 25 ਤੇ 26 ਦੀ ਰਾਤ ਨੂੰ ਪੋਸਟਰ ਲਗਾ ਕੇ ਸਿੱਖਾਂ ਨੂੰ ਵੰਗਾਰਿਆ ਜਾਂਦਾ ਹੈ ਕਿ ਤੁਹਾਡਾ ਗੁਰੂ ਸਾਡੇ ਕਬਜ਼ੇ ਦੇ ਵਿੱਚ ਹੈ, ਔਰ ਬੜੀ ਮੰਦੀ ਸ਼ਬਦਾਵਲੀ ਵਿਆਹ ਕੇ ਸਿੱਖਾਂ ਨੂੰ ਵੰਗਾਰਿਆ ਜਾਂਦਾ ਹੈ ਕਿ ਜੇਕਰ ਲੱਭ ਸਕਦੇ ਹੋ ਤਾਂ ਲੱਭ ਲਓ। ਉਸ ਤੋਂ ਬਾਅਦ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ, ਉਸ ਕਹਿ ਸਕਦੇ ਹੋ ਕਿ ਉਸ ਤੋਂ ਬਾਅਦ ਇੱਕ ਦਬਾਅ ਦੇ ਵਿੱਚ ਆ ਕੇ ਉਹ ਜਿਹੜੀ ਮਾਫੀ ਹੈ ਅਕਾਲ ਤਖਤ ਸਾਹਿਬ ਤੋਂ ਵਾਪਸ ਵੀ ਲਈ ਜਾਂਦੀ ਹੈ। ਸਾਰਿਆ ਜਿਹੜਾ ਬਰਗਾੜੀ ਵਿਖੇ ਗੋਲੀकांड ਹੁੰਦਾ ਹੈ, ਸਿੰਘਾਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ, ਜਿਸ ਤਰ੍ਹਾਂ ਨੂੰ ਕਹਿ ਸਕਦੇ ਹੋ ਕਿ ਉਹ ਸਾਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਪਹਿਲੀ ਜਿਹੜੀ ਜਾਂਚ ਹੈ ਉਹਦੇ ਵਿੱਚ ਕੀਤੀ ਗਈ ਕੋਤਾਹੀ ਤੋਂ ਬਾਅਦ ਜਿਹੜਾ ਸਾਰਾ ਉਪੱਦਰ ਤੇ ਜਿਹੜਾ ਸਾਰਾ ਘਟਨਾਕ੍ਰਮ ਸਾਹਮਣੇ ਆਉਂਦਾ ਹੈ, ਉਹਦੇ ਵਿੱਚ ਫਿਰ ਗੱਲ ਉਹੀ ਆ ਜਾਂਦੀ ਹੈ ਭਾਈ ਸੱਪਾ ਗੁਰਦਾਸ ਵਾਲੀ ਕਿ ਵਿਗੜੇ ਝਾਟਾ ਦੁੱਧ ਦਾ ਕਾਂਜੀ ਦੀ ਚੁੱਕੇ। ਉਸ ਤੋਂ ਬਾਅਦ ਇਹੀ ਜਿਹੜਾ ਪ੍ਰੇਮੀ ਹੈ ਇਸ ਦਾ ਕਤਲ ਹੋ ਜਾਂਦਾ ਹੈ, ਔਰ ਉੱਥੋਂ ਦੇ ਜਿਹੜੇ ਜਾਣਕਾਰ ਵੀਰ ਨੇ ਉਹ ਕਹਿੰਦੇ ਨੇ ਕਿ ਜੇਕਰ ਉਸ ਵੇਲੇ ਦੀ ਰਾਜਨੀਤਿਕ ਧਿਰ ਨੇ ਚੰਗੀ ਤਰ੍ਹਾਂ ਤਫਤੀਸ਼ ਕਰਾਈ ਹੁੰਦੀ ਤਾਂ ਇਸ ਦੇ ਕੋਲੋਂ ਗਵਾਹ ਬਣਾ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਮੂਲ ਸਾਜ਼ਿਸ਼ੀ ਤੱਕ ਪਹੁੰਚਿਆ ਜਾ ਸਕਦਾ ਸੀ। ਉਹ ਭਾਵੇਂ ਉਸ ਤੋਂ ਬਾਅਦ ਇਹ ਜਿਹੜੀ ਜਾਂਚ ਸੀ ਸੀਬੀਆਈ ਦੇ ਕੋਲ ਗਈ ਤੇ ਸੀਬੀਆਈ ਦੇ ਵਿੱਚ ਵੀ ਕਹਿੰਦੇ ਕਿ ਜੇਕਰ ਇਹ ਵਿਅਕਤੀ ਜਿੰਦਾ ਰਹਿੰਦਾ ਜਿਸ ਨੂੰ ਕਿ ਬੜੇ ਸਾਜ਼ਿਸ਼ੀ ਤਰੀਕੇ ਦੇ ਨਾਲ ਕਤਲ ਕਰਵਾ ਦਿੱਤਾ ਗਿਆ, ਹੁਣ ਇਹ ਨਹੀਂ ਪਤਾ ਕਿ ਇਸ ਨੂੰ ਬੇਅਦਬੀ ਦੇ ਵਿੱਚ ਸ਼ਮੂਲੀਅਤ ਹੋਣ ਦੇ ਕਰਕੇ ਕਿਸੇ ਜਿਹੜੀ ਸਿੱਖਾਂ ਦੀ ਧਿਰ ਹੈ ਉਹਨਾਂ ਦੇ ਵੱਲੋਂ ਸੋਧਿਆ ਗਿਆ ਜਾਂ ਫਿਰ ਕਿਸੇ ਸਾਜ਼ਿਸ਼ ਅਧੀਨ ਇਹ ਜਾਣ ਕੇ ਕਿ ਇਹ ਮੌਕੇ ਦਾ ਗਵਾਹ ਹੈ, ਜੇਕਰ ਇਹ ਜਿਉਂਦਾ ਰਿਹਾ ਤਾਂ ਜਿਹੜੇ ਮੁੱਖ ਦੋਸ਼ੀ ਨੇ ਉਹਨਾਂ ਤੱਕ ਪਹੁੰਚਣ ਦਾ ਰਸਤਾ ਸਾਫ਼ ਹੋ ਜਾਵੇਗਾ, ਇਸ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਗਿਆ। ਪਰ ਇਹ ਜਿਹੜੀ ਗਲਤੀ ਕੀਤੀ ਗਈ, ਇਸ ਨੇ ਸਿੱਖਾਂ ਦੀਆਂ 3 ਜਿਹੜੀਆਂ ਅਹਿਮ ਸੰਸਥਾਵਾਂ ਸੀ ਰਾਜਨੀਤਿਕ ਤੌਰ ਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ, ਉਸ ਦੇ ਵਕਾਰ ਨੂੰ ਇੰਨੀ ਜ਼ਿਆਦਾ ਢਾਹ ਲਾ ਦਿੱਤੀ ਕਿ ਅਜੇ ਤੱਕ ਉਹ ਬਹਾਲੀ ਨਹੀਂ ਹੋ ਸਕੀ। ਤੇ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਪੰਜਾਬ ਦੀ ਕਿਸੇ ਸਮੇਂ ਸਭ ਤੋਂ ਵੱਡੀ ਖਿੱਤੇ ਦੀ ਰਾਜਨੀਤੀ ਕਰਨ ਵਾਲੀ ਪੰਥਕ ਧਿਰ ਹੁੰਦੀ ਸੀ, ਉਹ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਹੀ ਪੂਰੀ ਤਰ੍ਹਾਂ ਦੇ ਨਾਲ ਹਾਸ਼ੀਏ ਦੇ ਉੱਪਰ ਧੱਕੀ ਗਈ ਹੈ। ਉਹਦਾ ਕਾਰਨ ਕੀ ਹੈ ਕਿ ਸਿੱਖ ਕੌਮ ਕਦੀ ਵੀ ਆਪਣੇ ਇਸ਼ਟ ਦੀ ਜਿਹੜੀ ਬੇਅਦਬੀ ਹੈ ਉਹ ਬਰਦਾਸ਼ਤ ਨਹੀਂ ਕਰਦੀ। ਬੇਸ਼ੱਕ ਕਾਂਗਰਸ ਵੀ ਜਦੋਂ ਦੁਬਾਰਾ ਸੱਤਾ ਦੇ ਵਿੱਚ ਆਉਂਦੀ ਹੈ ਤੇ ਚਾਹੇ ਨਵਜੋਤ ਸਿੰਘ ਸਿੱਧੂ ਸੀ, ਇਹਦੇ ਵੱਲੋਂ ਵੀ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੇ ਜਿਹੜੇ ਸੀ ਉਹ ਦਾਅਵੇ ਕੀਤੇ ਗਏ।
ਉਸ ਤੋਂ ਬਾਅਦ ਬੇਸ਼ੱਕ ਸੁਖਜਿੰਦਰ ਸਿੰਘ ਰੰਧਾਵਾ ਸੀ ਜਿਹੜੇ ਹੁਣ ਡਿਪਟੀ ਮੁੱਖ ਮੰਤਰੀ ਬਣੇ ਨੇ, ਉਹਨਾਂ ਨੇ ਵੀ ਕਿਹਾ ਵੀ ਕਿਤੇ ਨਾ ਕਿਤੇ ਕਾਂਗਰਸ ਸਰਕਾਰ ਜਿਹੜੀ ਹੈ ਇਸ ਸਮੁੱਚੇ ਘਟਨਾਕ੍ਰਮ ਦੀ ਜਾਂਚ ਕਰਾਉਣ ਦੇ ਵਿੱਚ ਤੇ ਦੋਸ਼ੀਆਂ ਨੂੰ ਲੱਭਣ ਦੇ ਵਿੱਚ ਨਾਕਾਮ ਰਹੀ ਹੈ। ਇਹੀ ਗੱਲ ਹਰਮਿੰਦਰ ਸਿੰਘ ਗਿੱਲ ਦੇ ਵੱਲੋਂ ਵੀ ਆਈ ਔਰ ਬੇਸ਼ੱਕ ਇੱਕ ਵਿਧਾਇਕ ਰਮਨਦੀਪ ਸਿੰਘ ਸਿੱਕੀ ਦੇ ਵੱਲੋਂ ਅਸਤੀਫਾ ਵੀ ਦਿੱਤਾ ਗਿਆ, ਪਰ ਆ ਜਾ ਕੇ ਕਾਂਗਰਸ ਦੇ ਵਿੱਚ ਵੀ ਜਿਹੜਾ ਸਿੱਖ ਅੰਸ਼ ਸੀ ਕਿਤੇ ਨਾ ਕਿਤੇ ਇਹ ਮਹਿਸੂਸ ਕਰਦਾ ਸੀ ਕਿ ਬੇਅਦਬੀ ਕਾਂਡ ਜਿਹੜਾ ਇਹ ਸਿੱਖ ਮਾਨਸਿਕਤਾ ਦੇ ਨਾਲ ਜੁੜਿਆ ਹੋਇਆ ਇਹ ਬੜਾ ਹੀ ਅਹਿਮ ਮੁੱਦਾ ਹੈ ਤੇ ਇਹਦਾ ਦਰਦ ਕਦੀ ਵੀ ਸਿੱਖ ਕੌਮ ਦੇ ਅੰਦਰ ਖਤਮ ਨਹੀਂ ਹੋ ਸਕਦਾ। ਹੁਣ ਜਿਹੜਾ ਸਾਨੂੰ ਸਭ ਤੋਂ ਵੱਧ ਵਿਚਾਰਨ ਵਾਲੀ ਗੱਲ ਹੈ ਕਿ ਇੱਕ ਪਾਸੇ ਤਾਂ ਇਹਨਾਂ ਡੇਰਿਆਂ ਦੇ ਨਾਲ ਸੰਬੰਧਿਤ ਲੋਕ ਆਪਣੀਆਂ ਨਾਮ ਚਰਚਾ ਦੇ ਵਿੱਚ ਲੋਕਾਂ ਨੂੰ ਇਕੱਠੇ ਕਰਕੇ ਆਪਣੀ ਲੋਕ ਸ਼ਕਤੀ ਤੇ ਵੋਟ ਬੈਂਕ ਦਾ ਪ੍ਰਗਟਾਵਾ ਕਰਕੇ ਪੰਜਾਬ ਦੀਆਂ ਜਿਹੜੀਆਂ ਰਾਜਨੀਤਿਕ ਧਿਰਾਂ ਨੇ ਉਹਨਾਂ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੇ ਨੇ ਕਿ ਜੇਕਰ ਪੰਜਾਬ ਦੀ ਰਾਜਨੀਤਿਕ ਧਿਰ ਕਿਸੇ ਤਰੀਕੇ ਦੇ ਨਾਲ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਰਾਹੀਂ ਕਹਿ ਸਕਦੇ ਹੋ ਕਿ ਰਾਜਨੀਤਿਕ ਸੱਤਾ ਦਾ ਦਰਵਾਜ਼ਾ ਖੋਲਦੀ ਹੈ ਤਾਂ ਕਿਤੇ ਨਾ ਕਿਤੇ ਸਿਆਸੀ ਪ੍ਰਭਾਵ ਦੇ ਸਦਕਾ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਜਲਦੀ ਕੱਢਣ ਦੇ ਵਾਸਤੇ ਕੋਈ ਰਸਤਾ ਜਿਹੜਾ ਤਿਆਰ ਕੀਤਾ ਜਾ ਸਕਦਾ। ਦੂਜੇ ਬੰਨੇ ਜਿਹੜੀਆਂ ਸਿੱਖਾਂ ਦੀਆਂ ਭਾਵਨਾਵਾਂ ਨੇ ਉਹਨਾਂ ਦੇ ਕੋਲ ਜੇਕਰ ਉਹਨਾਂ ਨੇ ਵੇਖਣਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਤੇ ਹੋਰ ਵੀ ਬਹੁਤ ਸਾਰੇ ਦੋਸ਼ ਜਿਹੜੇ ਉਹਦੇ ਉੱਪਰ ਲੱਗੇ ਹੋਏ ਨੇ, ਚਾਹੇ ਉਹ ਬਲਾਤਕਾਰ ਦੀ ਗੱਲ ਹੈ, ਚਾਹੇ ਉਹ ਇੱਕ ਅਖਬਾਰ ਸਾਚ ਕਹੂੰ ਦੇ ਸੰਪਾਦਕ ਦੇ ਕਤਲ ਦੀ ਗੱਲ ਹੈ ਜਾਂ ਫਿਰ ਹੋਰ ਜਿੰਨੇ ਦੋਸ਼ ਨੇ, ਉਹਨਾਂ ਸਾਰੇ ਦੋਸ਼ਾਂ ਦੇ ਮੱਦੇਨਜ਼ਰ ਜੇਕਰ ਉਸ ਨੂੰ ਜੇਲ੍ਹ ਦੇ ਵਿੱਚ ਕਹਿ ਸਕਦੇ ਹੋ ਕਿ ਇੱਕ ਲੰਬੀ ਸਜ਼ਾ ਹੋਈ ਹੈ ਤਾਂ ਜਿਹੜੀਆਂ ਸਿੱਖ ਵਿਚਾਰਧਾਰਾ ਨਾਲ ਸੰਬੰਧਿਤ ਧਿਰਾਂ ਨੇ ਇਹਨਾਂ ਦੇ ਕੋਲ ਵੀ ਇੱਕੋ ਹੀ ਰਸਤਾ ਹੈ ਕਿ ਆਪਣੀ ਰਾਜਨੀਤਿਕ ਤੌਰ ਤੇ ਪੰਥਕ ਵਿਚਾਰਧਾਰਾ ਨੂੰ ਪ੍ਰਮੁੱਖ ਰੱਖ ਕੇ ਆਪਣੀ ਇਕਜੁੱਟਤਾ ਦਾ ਪ੍ਰਗਟਾ ਕਰਨ ਤੇ ਜਿਹੜਾ ਵੀ ਰਾਜਨੀਤਿਕ ਧਿਰ ਦਾ ਵਿਅਕਤੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਨ ਵਾਲੀ ਧਿਰ ਦੇ ਨਾਲ ਕੋਈ ਵੀ ਰਿਸ਼ਤਾ ਰੱਖਦਾ ਹੈ, ਜਿਹੜਾ ਸਿੱਖਾਂ ਦਾ ਖਾਸ ਕਰਕੇ ਕਹਿ ਸਕਦੇ ਹੋ ਕਿ ਪੰਥਕ ਵਰਗ ਹੈ, ਉਹ ਕਿਤੇ ਨਾ ਕਿਤੇ ਇਹਨਾਂ ਲੋਕਾਂ ਨੂੰ ਜ਼ਰੂਰ ਕਟਹਿਰੇ ਦੇ ਵਿੱਚ ਖੜਾ ਕਰੇ, ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਲੋਕਾਂ ਦੇ ਹੌਸਲੇ ਹੋਰ ਵਧਣਗੇ ਤੇ ਪੰਜਾਬ ਦੇ ਵਿੱਚ ਜਿਹੜਾ ਉਹ ਮਾਹੌਲ ਖਰਾਬ ਹੋਣ ਦੇ ਅਸਾਰ ਬਣਦੇ ਜਾਣਗੇ। ਸੋ ਇਸ ਵੇਲੇ ਸਭ ਤੋਂ ਅਹਿਮ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਇਹੀ ਬਣਦੀ ਹੈ ਕਿ ਅਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪ ਏਕਤਾ ਤੇ ਇੱਕ ਮੁੱਠਤਾ ਦਾ ਪ੍ਰਗਟਾਵਾ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੇ ਮੁੱਦੇ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਰਾਜਨੀਤੀ ਨਾ ਹੋਣ ਦਈਏ ਤੇ ਨਾ ਹੀ ਬੇਅਦਬੀ ਕਰਨ ਵਾਲੇ ਲੋਕਾਂ ਨੂੰ ਰਾਜਸੀ ਸੱਤਾ ਦਾ ਦਰਵਾਜ਼ਾ ਖੋਲਣ ਦੇ ਵਿੱਚ ਭਾਈਵਾਲ ਬਣ ਦਈਏ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਸਤਿਕਾਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।